सैभं गुर प्रसाद ज्ञान ध्यान किछ कर्म न जान सार न जान तेरी सब तेवर का सतगुरु नानक जिन गल राखी मेरी सब तेवर का सतगुरु नानक जिन गल राखी मेरी ज्ञान ध्यान किछ कर्म न जान नाहन निर्मल करनी साध संगत कायम चल लाओ नदी जाए तरनी से संयोग करो मेरे प्यारे जित रसना हर नामे उचारे कर कृपा मेरे दीन दयाल अपना नाम दे जप जीवन पूर्ण होए दास की काल अपना नाम दे जप जीवन पूर्ण हुए दास की काल सतनाम वाहेगुरु जी हमें दृष्क शुभ कर हरै अग पाप सकल मल काम क्रोध अर लोभ मोह वस करै सबै बल सदा सुख मन वसै दुख संसार है खोवै गुर नाम नित दरियाओ जन्म हम कालक धोवै सो कहो कल गुर सेविया अहनस सहज सुभाए दर्शन परस्या गुरु का जन्म मरण दुख जाए सो कहो कल गुरु सेविया अहनस सहज सुभाए दर्शन परस्या गुरु का जन्म मरण दुख जाए वाहिगुरु जी का खालसा वाहिगुरु जी की फतेह। गरीब नवाज धन धन श्री गुरु ग्रंथ साहिब जी की पावन हजूरी संजीवी प्रतिभागी साध संगत सतगुरु जी ने अपार बख्शिश की है। इस भाग घड़ी सत्संग की सानू प्राप्त हुई। गुरु अंगद देव पातशाह की सिफ सलाह दे विच काल सहार भट्ट जी ने जो सवैये उचारण किए हैं इन्हां दी विचार असी सरवण कर रहे हैं। गुरु अंगद देव जी की सिफ सलाह दे विच कल भट्ट जी ने 10 सवैये रचे हैं।
ਅੱਜ 10ਵੇਂ ਸਵਈਏ ਦਾ ਪਾਠ ਆਪਾਂ ਸਰਵਣ ਕੀਤਾ। ਕੱਲ ਸਰਵਣ ਕਰ ਰਹੇ ਸੀ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਕਿਰਪਾ ਕੀਤੀ, ਸੱਚੇ ਨਾਮ ਨੂੰ ਹੀ ਤੀਰਥ ਦ੍ਰਿੜ ਕਰਾ ਦਿੱਤਾ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਦ੍ਰਿੜ ਕਰਾਇਆ, ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਤੀਰਥ ਸ਼ਬਦ ਦੀ ਵਿਚਾਰ ਹੈ, ਸ਼ਬਦ ਦੀ ਵਿਚਾਰ ਦੇ ਨਾਲ ਜੋ ਗਿਆਨ ਇਨਸਾਨ ਦੇ ਅੰਦਰ ਉਤਪੰਨ ਹੁੰਦਾ ਹੈ, ਇਸ ਗਿਆਨ ਨੂੰ ਕਮਾਉਣਾ ਇਹ ਤੀਰਥ ਦਾ ਇਸ਼ਨਾਨ ਹੈ। ਜਿਵੇਂ ਲੋਕੀ ਮੰਨਦੇ ਹਨ ਕਿ ਤੀਰਥਾਂ ਦੇ ਉੱਤੇ ਇਸ਼ਨਾਨ ਕਰਨ ਦੇ ਨਾਲ ਪਾਪ ਕੱਟੇ ਜਾਂਦੇ ਹਨ, ਗੁਰੂ ਮਹਾਰਾਜ ਨੇ ਸਾਨੂੰ ਇਹ ਦ੍ਰਿੜ ਕਰਾਇਆ ਹੈ ਕਿ ਗੁਰਸਿੱਖੋ, ਤੁਹਾਨੂੰ ਥਾਂ ਥਾਂ ਦੇ ਉੱਤੇ ਤੁਰੇ ਫਿਰਨ ਦੀ ਲੋੜ ਨਹੀਂ। ਜਿੱਥੇ ਵੀ ਕਿਤੇ ਨੇੜੇ ਤੋਂ ਨੇੜੇ ਤੁਹਾਡੇ ਸਤਸੰਗ ਜੁੜਦੀ ਹੈ, ਉੱਥੇ ਹੀ ਪਹੁੰਚ ਜਾਇਆ ਕਰੋ। ਸੰਗਤ ਵਿੱਚ ਜਾ ਕੇ ਪ੍ਰੇਮ ਨਾਲ ਵੇਖੋ, ਕਥਾ ਹੋ ਰਹੀ ਹੈ ਧਿਆਨ ਨਾਲ ਕਥਾ ਸੁਣੋ, ਕੀਰਤਨ ਹੋ ਰਿਹਾ ਹੈ ਕੀਰਤਨ ਸੁਣੋ, ਜੇ ਗੁਰਬਾਣੀ ਦਾ ਪਾਠ ਹੋ ਰਿਹਾ ਹੈ ਤਾਂ ਉਸਨੂੰ ਸੁਣੋ। ਸੰਗਤ ਮੀਤ ਮਿਲਾਪ ਪੂਰਾ ਨਾ ਬਣੋ। ਹੇ ਗੁਰਸਿੱਖੋ, ਸੰਗਤ ਵਿੱਚ ਮਿਲ ਕੇ ਗੁਰੂ ਦੀ ਬਾਣੀ ਪੜ੍ਹਨੀ, ਸੁਣਨੀ, ਵਿਚਾਰਨੀ, ਗਾਉਣੀ, ਇਹ ਹੀ ਤੀਰਥ ਦਾ ਇਸ਼ਨਾਨ ਹੈ। ਸਤਸੰਗ ਮਾਨੋ ਤੀਰਥ ਹੈ। ਇਸ ਤੀਰਥ ਦੇ ਉੱਤੇ ਜੋ ਗੁਰੂ ਦਾ ਉਪਦੇਸ਼ ਹੈ, ਗੁਰੂ ਦੀ ਬਾਣੀ ਹੈ, ਜਲ ਹੈ। ਇਸ ਜਲ ਦੇ ਵਿੱਚ ਆ ਕੇ ਗੁਰਸਿੱਖ ਨੇ ਆਪਣੀ ਸੁਰਤੀ ਨੂੰ ਲਗਾਉਣਾ ਹੈ, ਆਪਣੇ ਧਿਆਨ ਨੂੰ ਗੁਰੂ ਦੇ ਸ਼ਬਦ ਵਿੱਚ ਲਾਉਣਾ ਹੈ। ਜਿਵੇਂ ਜਿਵੇਂ ਜੁੜਦਾ ਜਾਵੇਗਾ ਗੁਰੂ ਦੇ ਸ਼ਬਦ ਦੇ ਨਾਲ, ਤਿਵੇਂ ਤਿਵੇਂ ਉਸ ਦੇ ਅੰਦਰ ਦੀ ਮੈਲ ਨਿਕਲਦੀ ਜਾਂਦੀ ਹੈ। ਸੋ ਤੀਰਥ ਵੀ ਨਾਮ ਹੀ ਹੈ ਤੇ ਤੀਰਥ ਇਸ਼ਨਾਨ ਵੀ ਹੈ। ਹੇ ਗੁਰੂ ਅੰਗਦ ਦੇਵ ਪਾਤਸ਼ਾਹ, ਤੁਹਾਡਾ ਭੋਜਨ ਵੀ ਨਾਮ ਹੀ ਹੈ। ਨਾਮ ਜਪਣ ਵਾਲੇ ਜੋ ਹਨ, ਉਹ ਆਪਣਾ ਭੋਜਨ, ਆਪਣੇ ਸਰੀਰ ਦੀ ਖੁਰਾਕ ਨੂੰ ਵੀ ਨਾਮ ਹੀ ਬਣਾ ਲੈਂਦੇ ਹਨ। ਖਾਂਦੇ ਹਨ, ਖਾਣਾ ਛੱਡਦੇ ਨਹੀਂ ਹਨ, ਪਰ ਜੀਉਣ ਵਾਸਤੇ ਖਾਂਦੇ ਹਨ, ਪੇਟ ਭਰਨ ਵਾਸਤੇ ਨਹੀਂ ਖਾਂਦੇ। ਜਿਵੇਂ ਸਾਡਾ ਸੁਭਾਅ ਹੈ ਕਿ ਜਿੰਨਾ ਚਿਰ ਪੇਟ ਫੁੱਲ ਨਾ ਹੋ ਜਾਵੇ ਉਹਨਾਂ ਚਿਰ ਹਟਦੇ ਨਹੀਂ। ਜਿਉਂਦੇ ਰਹਿਣ ਵਾਸਤੇ ਥੋੜ੍ਹਾ ਖਾਣਾ ਵੀ ਕਾਫੀ ਹੁੰਦਾ। ਸੋ ਮੁੰਦਾਵਣੀ ਦੇ ਸ਼ਬਦ ਵਿੱਚ ਮਹਾਰਾਜ ਨੇ ਇਹੀ ਦ੍ਰਿੜ ਕਰਾਇਆ ਹੈ, ਗੁਰਸਿੱਖੋ, ਇਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਰੂਪੀ ਥਾਲ ਤੁਹਾਨੂੰ ਬਖਸ਼ਿਸ਼ ਕਰ ਦਿੱਤਾ ਹੈ। ਇਸ ਦੇ 3 ਵਸਤੂਆਂ ਪਈਆਂ ਹਨ, ਸਤ, ਸੰਤੋਖ ਅਤੇ ਵਿਚਾਰ। ਇਹ ਸਤ ਹੈ ਜੋ ਆਪਣਾ ਆਚਰਣ ਉੱਚਾ ਰੱਖੋ, ਪਰਾਏ ਰੂਪ ਵੱਲ, ਪਰਾਏ ਧਨ ਵੱਲ ਕਦੇ ਵੀ ਮੰਦ ਦ੍ਰਿਸ਼ਟੀ ਦੇ ਨਾਲ ਨਾ ਦੇਖੋ। ਇਹ ਸਤ ਇਸ ਨੂੰ ਕਿਹਾ ਹੈ। ਸੰਤੋਖ ਰੱਬ ਦੀ ਰਜ਼ਾ ਵਿੱਚ ਰਹਿਣਾ ਹੈ। ਜੋ ਕੁਛ ਉਸਨੇ ਦਿੱਤਾ ਹੈ, ਥੋੜਾ ਹੈ ਜਾਂ ਜ਼ਿਆਦਾ ਹੈ, ਉਸ ਦੇ ਸ਼ੁਕਰਾਨੇ ਨਾਲ ਜੁੜੇ ਰਹਿਣਾ ਕਿ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ। ਵਿਚਾਰ ਕੀ ਹੈ? ਗਿਆਨ। ਜਿਵੇਂ ਜਿਵੇਂ ਗੁਰਬਾਣੀ ਨੂੰ ਗੁਰਸਿੱਖ ਵਿਚਾਰਦਾ ਹੈ, ਤਿਵੇਂ ਤਿਵੇਂ ਉਸ ਦੇ ਅੰਦਰ ਗਿਆਨ ਪ੍ਰਗਟ ਹੁੰਦਾ ਹੈ, ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਇਹ ਤਿੰਨੇ ਗੱਲਾਂ ਜਿਹੜੀਆਂ ਹਨ, ਇਹ ਕਰਨੀਆਂ ਹਨ ਗੁਰਸਿੱਖ ਨੇ। ਇੱਕ ਹੋਰ ਜਿਹੜੀ ਬਹੁਤ ਹੀ ਜ਼ਰੂਰੀ ਗੱਲ ਹੈ, ਅੰਮ੍ਰਿਤ ਨਾਮ ਠਾਕੁਰ ਕਾ ਪਇਓ।
जिसका सबस आधार। मुख गल जिवें थाली दे विच सब्जियां रख के वख-वख विच रोटी रख लेंदे हाँ, तो आप ये नहीं कभी किसी नूं कहंदे कि मैं सब्जी खाण लगा या मैं सलाद खाण लगा हाँ। असीं कहंदे मेरा रोटी का वेड़ा हो गया, मैं रोटी खाण लगा। मुख गल किहड़ी है, मुख चीज़ किहड़ी है? रोटी है। रोटी दे नाल जिहड़ा है वो बाकी चीज़ां जिन्नियां मर्जी आपां वधा लईए, ये अपनी मौज है। सो मुख गल जिहड़ी है वो रोटी ही है। इस तरह गुरसिख दे वास्ते मुख गल नाम है। इस दे नाल उसने अपने आचरण नूं गुरु की किरपा दे नाल मंद दृष्टि वाले पासों बचा के रखना है। सदा ही इस अरदास च रहना कि सच्चे पातशाह तुसीं मेहर की दृष्टि रखियो। कोई जिउंदियां जिउंदियां इस तन के उत्ते मन से कोई दाग ना लगे। जिथे भी किते दाग लग जाए दिसदा रहिंदा है, भावें जिन्ना जी चाहे उसनूं धोंदे रहिए। सो मुख गल जिहड़ी है नाम जपना है। रब की रजा विच रहिंदिआं संतोखमई जीवन जीवना अते गुरु शब्द की विचार दे विच जुड़े रहना। केवल पाठ करना ही काफ़ी नहीं है, पाठ करना भी जरूरी है। करांगे तां ही विचार विच जुड़ांगे, पर जे केवल पाठ करन तक ही सीमित रहांगे, विचार विच नहीं जुड़ांगे, तो साडे जीवन की तब्दीली नहीं हो जाएगी। इस करके विचार जुड़ना जरूरी है। नाल नाल गुरसिख ने नाम भी जपना है। ये भोजन है गुरु महाराज ने सानू बख्शिया है। गुरु ग्रंथ साहिब जी ने जे को खावे जे को पुंचै तिसका होए उधार। इस भोजन में ये चारे चीज़ां हैं। जिहड़ा भी खांदा है पुंजना की है, किसी चीज़ नूं स्वाद दे नाल खाना। एक है आपड़े हुए पशुओं वांगू टुट के बह जाना कि किते मुक ना जाए। एक है सहज दे विच आनंद लै लैके उसे ही खाने नूं खाना, ये सहज है। इनू भुंजना कहते हैं। सो गुरु की बाणी नूं पढ़ना है, पाठ करना है, तो वो भी सहज दे विच कोई काम नवेड़न वाली गल नहीं। जे कथा करनी है तो वो भी सहज विच, जे कीर्तन करना है तो वो भी सहज दे। इत्थे अपनियां कलाबाजियां दिखाउणियां नहीं हैं, अपनी अकल दिखाउणी नहीं है। आनंद उदों आउंदा है, रस उदों आउंदा है जदों कोई भी जिहड़ा है वो सहज दे विच बाणी नूं पढ़दा है। फिर सुनन वालियां नूं भी आनंद आउंदा है, आप नूं भी आनंद आउंदा है। सो मारे कहते कि इन्नी कृपा हो गई गुरु अंगद देव पातशाह ने सच्चे नाम नूं ही भोजन बना लिया। तो सिखां नूं यही कहा, गुरसिखो इस भोजन नूं तुसीं भी छको। आप महाराज संगत जी बैठ के नाम जपदे ते संतां नूं प्रेरणा करके नाम जपाउंदे सन। सच्चे नाम की प्राप्ति किवें होई? कहंदे गुरु दे शब्द नाल। कल सुनिया सी जिवें दुध दे विच मक्खण है दिसदा नहीं है, जुगती नाल उसनूं जाग ला के रिड़कीए तो उस दे विचों मक्खण प्रगट हो जाता। इस तरह ही गुरु की जो बाणी है ये दुध है, जो जुगती नाल भाव सुरती दे नाल अपने ध्यान नूं जोड़ के पढ़ांगे, गावांगे, विचारांगे, तो फिर इस नूं रसना दे नाल रिड़कांगे। रसना मधानी है। कीर्तन जिवें बोल के करीदा रसना नाल, कथा बोल के करीदी है, इस तरह ही गुरु की बाणी पढ़न लगे बोल के करनी, बोल के पढ़नी। बहुत उच्ची अवस्था है, ब्रह्म ज्ञान की अवस्था है।
जिथे जाके बोलण की लोड़ नहीं रह जाती है, जिथे जो कोई भी आप लगातार काम करी जाते हैं, जिहड़ी बाणी नूं लगातार पढ़ी जाते हैं, जिन्हें सारी उम्र बाणी पढ़ी है, वो अखीर दे ते जाके उसके अंदर वो बाणी का प्रवाह क्यों ही शुरू करता है, अपने आप ही चलना लगता है। इनू अजापा जाप कहते हैं। ये बहुत ऊंची अवस्था है, लेकिन जिज्ञासु जो है, जिज्ञासु ने जड़ा है वो जाप करना है, बोल के रसना दे नाल पाठ करना है। चुप करके मूँह दे विच पाठ करने वाली कोई गल नहीं है। बोलना है, इन्ना कुछ ही जरूर बोलना है जिन्ना आप सुनता हो। सो इस तरह ही महाराज ने समझाया कि गुरु अंगद देव पातशाह ने नाम की जो प्राप्ति की, इस दे नाल संगत नूं भी सुगंधित कर रहे हैं, संगत दे विच खुशबू खिलार रहे हैं। नाम दीयां जिहड़ियां गल्लां हन, ये खुशबू है नाम की। जदों नाम जपण दा आनंद आउंदा है, ये नाम का रस है। जो खुशबू लैके आनंद आउंदा है, इस तरह ही नाम जपण वाले नूं आनंद आउंदा है। हे गुरु अंगद देव पातशाह, आप दा संयम भी जिहड़ा है वही नाम ही है, ते आप दा वर्त भी नाम ही है। आप जी दे दर्शन करन दे नाल जन्म सफल हो जाता है। आप जी दर्शनां विच ही इन्नी वडियाई है कि जिहड़ा भी दर्शन करता है उसका जन्म सफल हो जाता है। अज बख्शिश कर रहे हैं काल सहार भट्ट जी, अमय दृष्टि शुभ करै हरै अग पाप सकल मल। अमया नहीं पढ़ना ये जो मम्मे नूं सियारी है, इस नूं लटकाउण दे वास्ते है मम्मे नूं अमय। सो अमृत दृष्टि, अमय दृष्टि अमृत दृष्टि। हे गुरु अंगद देव पातशाह, जिस दे उत्ते भी तुसीं अमृत दृष्टि करते हो, मेहर की दृष्टि करते, जिस वाल भी वेखते हो, ब्रह्म ज्ञानी की दृष्टि अमृत बरस है। गुरु ब्रह्म ज्ञानी है, ब्राह्मण वाले कवि है। सो अमृत है गुरु अंगद देव पातशाह आप जी की दृष्टि विच, और जिसनों भी वेखते हो उसके अंदर जिन्नी पापां की मैल है वो सारी ही धो दे। गुरु अंगद देव पातशाह की दृष्टि विच ही इन्नी ताकत है। काम क्रोध लोभ मोह वस करे सबै बल। ये विकारां दा जिहड़ा बल है साडे अंदर, विकार बली हैं, काम क्रोध लोभ मोह हंकार, पंजे ही विकार हैं। इन्हां नूं जितना तो सौखा काम नहीं है, एक भी जितना का सौखा काम नहीं है। सो ये बड़ी बेअंत ताकत वाले हैं। बड़े बड़े ऋषियां मुनियां देवतियां भी इन्होंने डला दिता। अपने जिस मनोरथ वास्ते चलते सन उसको हला दिता। सच्चे पातशाह गुरु अंगद देव पातशाह आप इन्नी समर्था दे मालक हो, आपने इन्हां पंजां नूं वस विच कीता होया है। आप जिस दे उत्ते मेहर की दृष्टि करते हो, जिहड़ा भी तुहाडी संगत करता है उस ते मेहर करके उसके अंदर ये जो विकार हैं, जो विकारां दा बल है, इस नूं खत्म कर दिंदे। विकार तां अंदर रहने ही हैं, पर इन्हां दा रूप बदल जाता है। क्यों वाहिगुरु परमेश्वर ने ये जो शरीर बनाया इसके नाल ही पैदा कर दिया। इस शरीर के नाल ही अखीरले श्वास तक के नाल ही रहते हैं, पर इन्हां दा रूप बदल जाता है। काम जिहड़ा है ये पहला केवल शरीरक वासना भोगण तक ही इंसान सीमित रहिंदा है। इसका रूप बदल के यही एक आत्मक शक्ति बन जाता है। जदों नाम के नाल जिवें जिवें गुरसिख जुड़ी जाता है, क्रोध है जो ये वीर रस के विच बदल जाता है। क्रोध नहीं खत्म होंदा इंसान के अंदर, लेकिन निकी गल तो क्रोध आना, गुस्सा आना, ये खत्म हो जाता है। जब की शक्ति आ जाती है,
पर जे कोई गुरु की बेअदबी करे, साडी पग नूं हथ लावे, पग नूं हथ पावे, साडी बेइज्जती, साडी धी भैन की बेइज्जती करन लगे, तो उस वेले गुरसिख के अंदर क्रोध आउंदा है। ये वीर रस है, फिर वो मरण मार तक पहुँच जाता है। ये क्रोध ने अपना रूप बदल लिया, वीर रस बन गया। ये चंगा पक्ष है। ये गुरु महाराज ने इसनों प्रवान किया है। गुरु हरगोबिंद साहब जी ने जो जालमां का नाश किया है, 5 जंग लड़े हैं, तो वो वीर रस के नाल ही लड़े। 10वें पातशाह ने 14 जंगां लड़ियां हैं, वो वीर रस तां ही वो लड़ते रहे। सिंह भी जो जूझते रहे हैं, वो वीर रस के नाल ही लड़ते रहे। इसे ही तरह लोभ जिहड़ा है, ये पहला संसारी वस्तुओं तक लोभ सी कि आ भी मिल जाए, आ भी मिल जाए। हुण लोभ ने अपना रूप बदल लिया। गुरु अंगद देव पातशाह ने कृपा की। हुण लोभ की है कि मैं वध तो वध समा संगत कर लिया करा, मैं वध तो वध समा सेवा कर लवां, मैं वध तो वध समा गुरु की बाणी नूं पढ़ लवां। ये वध तो वध समा जो है ये गुरु वाले पासे लावां। लोभ है, पर लोभ ने रूप बदल लिया। हुण आत्मक आनंद का लोभ हो गया है कि मैंने वध तो वध रस आवे, इस करके वध तो वध नाम जपदा है, वध तो वध बाणी पढ़दा है। मोह ममता, मोह ममता नूं कहंदे हन। पहला मोह का रूप की सी, अपने परिवार तक ही सीमित सी। क्या मेरा परिवार है, आ मेरे रिश्तेदार हैं, आ मेरे दोस्त हैं, उस तो अगे उसकी सोच बिल्कुल ही काम नहीं सी। हुण मोह किहदे नाल है? हुण ये संसारी मोह जिहड़ा नासवंत है, जिहड़ा नाल निभण वाला नहीं है, इस वालों बदल के ये मोह किस रूप में बन गया? हुण उसका मोह हो गया है गुरु की संगत के नाल, गुरु की बाणी के नाल, गुरसिखां दे नाल मोह हो गया। गुरसिखां नूं देख के जिवें अपने बच्चों नूं वेख के माँ प्यो खिड़दा है, खुश हुंदा है, इस तरह हुण जदों गुरु की संगत के दर्शन करता है, गुरसिखां दे दर्शन करता है, तो उसके अंदर खेड़ा आउंदा है, खुश होता है, आनंद विच आउंदा है। मोह है, लेकिन इस मोह ने अपना रूप बदलिया। इस तरह हंकार है। पहला हंकार की सी कि मैं बड़ा बली हाँ, मेरे को बड़ी ताकत है, मैं जो चाहे कर सकता हाँ। पहला हंकार इस गल का सी। हुण हंकार ने अपना रूप बदल लिया। हुण उसनूं माण है अपने गुरु दे उत्ते, कहंदा है मेरे गुरु वर्गा कोई नहीं है, ना कोई होया है, ना कोई हो सकता है। हुण कहंदा है जिन्ना उच्चा जीवन गुरु ने गुरसिखां नूं बख्शिया है, गुरसिखां वर्गा कोई दुनिया दे विच नहीं है। देखो हंकार तो है, पर हंकार का रूप बदल गया। हुण मान, ये मान बन गया कि ये देखो है गुरु ने इन्नी कृपा कर दी है कि यह इन्नी उच्ची पदवी गुरसिखां नूं, इन्नी वडियाई जिहड़ी है वो गुरु महाराज ने बख्शिश की है। इंज जिहड़े हैं इन्हां दा बल जिहड़ा है ना दूसरे पासे संसार वाले पासे का वो खत्म करके इसका रूप गुरु महाराज बदल देते हैं। सदा सुख मन वसा है, दुख संसार है खोए। हे गुरु अंगद देव पातशाह, तुसीं सदा ही आनंद विच हो, सदा ही आनंद विच, कोई चिंता नहीं है कि आ किवें होएगा, किवें होएगा। इतिहास में आया है कि जदों गुरु नानक पातशाह ज्योति जोत समाए, और इस गल की खबर क्योंकि गुरु नानक पातशाह ज्योति जोत समाउण तो पहला गुरगद्दी बख्श दी सी गुरु अंगद देव जी नूं, और इन्होंने हुक्म दिता सी कि तुसीं हुण इत्थे नहीं रहना है, क्योंकि बच्चों ने श्री चंद जी लक्ष्मी चंद ने बहुत विवाद पैदा कर दिता सी कि असीं तुहाडे सानू क्यों नहीं कोई गद्दी बख्शी। इस विवाद तो दूर करके गुरु नानक पातशाह ने इन्होंने खडूर साहिब विच भेज दिता सी। तकरीबन 3 महीने बाद गुरु नानक पातशाह ने ज्योति जो समाए कहा सी कि हुण तुसां इत्थे नहीं आउणा है, उत्थे ही साडे तुहानूं दर्शन होया करन। सो गुरु के ध्यान विच जुड़े रहे। हुण ध्यान दे नाल दर्शन हो रहे, पहला प्रत्यक्ष दर्शन सन, हुण ध्यान दे नाल गुरु दे दर्शन हो रहे।
ਜਦੋਂ ਖਬਰ ਮਿਲੀ, ਕਿਉਂਕਿ ਅੰਤਰਮੁਖੀ ਤਾਂ ਇੱਕ ਸਨ, ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਆਪਣਾ ਅੰਗ ਬਣਾ ਲਿਆ ਸੀ। ਤੇ ਸਰੀਰ ਦੇ ਅੰਗ ਦੇ ਉੱਤੇ ਕੋਈ ਚੀਜ਼ ਹੋਵੇ, ਕੋਈ ਚੁੰਗੀ ਵੀ ਵਗੇ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ। ਸੋ ਇਸੇ ਹੀ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੂੰ ਅਹਿਸਾਸ ਹੋ ਗਿਆ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਸਮਾ ਗਏ, ਸਰੀਰ ਤਿਆਗ ਦਿੱਤਾ ਹੈ। ਫਿਰ ਵੀ ਗੁਰਸਿੱਖਾਂ ਨੇ ਦੱਸਿਆ, ਬੜੇ ਵੈਰਾਗ ਵਿੱਚ ਆਏ। ਆਪਣੀ ਭੂਆ ਮਾਈ ਸਭਰਾਈ ਦੇ ਘਰ ਵਿੱਚ ਸਨ। ਕਹਿੰਦੇ ਇੱਕ ਕਮਰੇ ਦੇ ਵਿੱਚ ਬੈਠ ਗਏ, ਅੰਦਰੋਂ ਪੰਗਾ ਲਾ ਲਿਆ। ਮਾਈ ਸਭਰਾਈ ਨੂੰ ਭੂਆ ਨੂੰ ਕਿਹਾ, ਕੋਈ ਵੀ ਆਵੇ ਸਾਡੇ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਣਾ। ਇੰਨੇ ਵੈਰਾਗ ਵਿੱਚ, ਇਤਿਹਾਸ ਵਿੱਚ ਬਹੁਤ ਵੈਰਾਗ ਵਿੱਚ ਆਏ। ਸੋ ਬਾਹਰ ਨਹੀਂ ਨਿਕਲੇ। ਤੇ ਫਿਰ ਜਦੋਂ ਸੰਗਤਾਂ ਬੜੀਆਂ ਉਦਾਸ ਹੋਈਆਂ, ਕਹਿੰਦੇ ਹੁਣ ਕਿੱਥੋਂ ਲੱਭੀਏ, ਪਤਾ ਹੀ ਨਹੀਂ ਲੱਗ ਰਿਹਾ। ਮਾਈ ਸਭਰਾਈ ਵੀ ਨਹੀਂ ਦੱਸ ਰਹੀ ਕਿ ਸਾਰੇ ਆਸੇ ਪਾਸੇ ਵੇਖ ਲਿਆ, ਕਿਤੇ ਨਹੀਂ ਲੱਭ ਰਹੇ। ਤਾਂ ਉਸ ਵੇਲੇ ਸੰਗਤਾਂ ਨੇ ਫਿਰ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ, ਬਾਬਾ ਜੀ, ਧਾਗੇ ਨਾਲ ਗੁਰੂ ਨਾਨਕ ਪਾਤਸ਼ਾਹ ਨੇ ਵਚਨ ਕੀਤਾ ਸੀ ਕਿ ਬਾਬਾ, ਮੈਂ ਸਾਰੀ ਦੁਨੀਆ ਦੇ ਕੋਲੋਂ ਭਾਵੇਂ ਲੁਕ ਜਾਵਾਂ ਪਰ ਤੇਰੇ ਕੋਲੋਂ ਨਹੀਂ ਲੁਕਾਂਗਾ। ਇਹ ਬਾਬਾ ਬੁੱਢਾ ਜੀ ਨੂੰ ਵਰ ਬਖਸ਼ਿਆ ਸੀ। ਸੋ ਉਸ ਵੇਲੇ ਬਾਬਾ ਬੁੱਢਾ ਜੀ ਅੰਤਰ ਧਿਆਨ ਹੋਏ, ਦੇਖ ਲਿਆ ਕਿੱਥੇ ਹਨ। ਸੰਗਤਾਂ ਨੂੰ ਨਾਲ ਲੈ ਕੇ ਉਸੇ ਹੀ ਕੋਠੜੀ ਦੇ ਕੋਲ ਆ ਕੇ ਦਰਵਾਜ਼ਾ ਖੜਕਾਇਆ, ਔਰ ਦਰਵਾਜ਼ਾ ਖੜਕਾ ਕੇ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਆਵਾਜ਼ਾਂ ਮਾਰੀਆਂ ਕਿ ਬਾਹਰ ਨਿਕਲੋ, ਸੰਗਤਾਂ ਉਤਾਵਲੀਆਂ ਹਨ ਤੁਹਾਡੇ ਦਰਸ਼ਨਾਂ ਦੇ ਵਾਸਤੇ। ਫਿਰ ਇੰਝ ਗੁਰੂ ਅੰਗਦ ਦੇਵ ਪਾਤਸ਼ਾਹ ਬਾਹਰ ਨਿਕਲੇ ਸਨ। ਸੋ ਗੁਰੂ ਅੰਗਦ ਦੇਵ ਪਾਤਸ਼ਾਹ ਦੁੱਖਾਂ ਦਾ ਨਾਸ਼ ਕਰਨ ਵਾਲੇ ਹਨ, ਔਰ ਜਿਹੜਾ ਵੀ ਉਹਨਾਂ ਦੀ ਸੰਗਤ ਦੇ ਵਿੱਚ ਆ ਜਾਂਦਾ ਹੈ ਉਸ ਨੂੰ ਸੁੱਖ ਵੀ ਬਖਸ਼ਦੇ। ਸੋ ਗੁਰੂ ਅੰਗਦ ਦੇਵ ਪਾਤਸ਼ਾਹ ਪ੍ਰਗਟ ਹੋ ਗਏ ਖਡੂਰ ਸਾਹਿਬ ਵਿਖੇ। ਸੋ ਗੱਲ ਚੱਲ ਰਹੀ ਸੀ ਕਿ ਗੁਰੂ ਨਿਹਾਲ ਕਰ ਦਿੰਦਾ ਹੈ, ਗੁਰੂ ਨੂੰ ਕੋਈ ਚਿੰਤਾ ਨਹੀਂ ਹੈ, ਸਦਾ ਹੀ ਆਨੰਦ ਦੇ ਵਿੱਚ ਹੈ। ਕੀ ਹੋਇਆ, ਸੰਗਤਾਂ ਇੰਨੀਆਂ ਆ ਗਈਆਂ ਖਡੂਰ ਸਾਹਿਬ ਨੂੰ, ਪਤਾ ਲੱਗਾ ਗੁਰੂ ਅੰਗਦ ਦੇਵ ਜੀ ਪ੍ਰਗਟ ਹੋ ਗਏ ਹਨ। ਬਹੁਤ ਸੰਗਤਾਂ ਆ ਗਈਆਂ। ਗੁਰੂ ਕਾ ਲੰਗਰ ਜਿਹੜਾ ਸੀ, ਸੋਚੀ ਪੈ ਗਏ ਸਾਰੇ ਹੀ ਕਿ ਹੁਣ ਕੀ ਹੋਵੇਗਾ। ਤਾਂ ਉਸ ਵੇਲੇ ਸੁਲਤਾਨਪੁਰ ਸਾਹਿਬ ਦੇ ਲਾਗੇ ਮਲਸੀਹਾਂ ਪਿੰਡ ਹੈ। ਇਸ ਪਿੰਡ ਦੇ ਨਕੋਦਰ ਤਹਿਸੀਲ ਦੇ ਵਿੱਚ ਹੈ। ਇਸ ਪਿੰਡ ਦੇ ਗੁਰਸਿੱਖ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਦਰਸ਼ਨ ਦਿੱਤੇ। ਕਿਹਾ, ਗੁਰਸਿੱਖਾ, ਜਲਦੀ ਰਾਸ਼ਨ ਲੈ ਕੇ ਖਡੂਰ ਸਾਹਿਬ ਪਹੁੰਚ, ਬੜੀਆਂ ਸੰਗਤਾਂ ਭੁੱਖੀਆਂ ਉੱਤੇ ਬੈਠੀਆਂ ਹਨ, ਤੂੰ ਜਾ। ਇਹ ਕਈ ਊਠ, ਬੜਾ ਅਮੀਰ ਆਦਮੀ ਸੀ, ਕਈ ਊਠ ਰਾਸ਼ਨ ਦੇ ਲੈ ਕੇ ਖਡੂਰ ਸਾਹਿਬ ਨੂੰ ਚੱਲ ਗਿਆ। ਔਰ ਵੇਖੋ, ਕੋਈ ਚਿੰਤਾ ਨਹੀਂ ਹੈ। ਗੁਰੂ ਨਾਨਕ ਪਾਤਸ਼ਾਹ ਨੇ ਆਪ ਹੀ ਰਾਸ਼ਨ, ਸੰਗਤਾਂ ਆਈਆਂ ਤੇ ਸੰਗਤਾਂ ਵਾਸਤੇ ਰਾਸ਼ਨ ਵੀ ਪਹੁੰਚਾਤਾ। ਇੰਨੇ ਆਨੰਦ ਵਿੱਚ, ਸਦਾ ਆਨੰਦ। ਪਤਾ ਹੈ ਕਿ ਸੁਤੇ ਸਿੱਧੇ ਇਹ ਸਭ ਕੁਝ ਹੋਈ ਜਾਂਦਾ ਹੈ, ਗੁਰੂ ਨਾਨਕ ਪਾਤਸ਼ਾਹ ਤੇ ਚੋਰੀ ਹੈ। ਗੁਰੂ ਨਾਮ ਨਿਧ ਧਰੀ ਆਓ, ਜਨਮ ਹਮ ਕਾਲ ਧੋਵੈ। ਗੁਰੂ ਅੰਗਦ ਦੇਵ ਜੀ 9 ਨਦੀਆਂ ਦੇ ਦਰਿਆ ਹਨ। ਪਾਪ ਕਿਸੇ ਕਿਸਮ ਦੀ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਤੋੜ ਨਹੀਂ ਹੈ, ਕੋਈ ਕਿਸੇ ਗੱਲ ਦੀ ਵੀ ਤੋੜ ਨਹੀਂ। ਗੁਰੂ ਕਾ ਲੰਗਰ ਚੱਲਦਾ ਹੈ, ਔਰ ਲੰਗਰ ਵੀ ਇਹ ਨਹੀਂ ਕਿ ਸੁੱਕੇ ਪ੍ਰਸ਼ਾਦੇ ਜਾਂ ਪਕਾਉਣ ਵਾਲੇ ਜਿਹੜੇ ਹਨ ਉਹ ਵੀ ਆਹ ਵਟਣ ਵਾਲੇ ਹੋਣ, ਇਹ ਨਹੀਂ ਹੈ। ਇੰਨੇ ਪਿਆਰ ਨਾਲ ਲੰਗਰ ਪੱਕਦਾ ਹੈ। ਮਾਤਾ ਖੀਵੀ ਜੀ ਲੰਗਰ ਦੇ ਵਿੱਚ ਰਹਿੰਦੇ ਹਨ ਹਰ ਵੇਲੇ ਹੀ, ਔਰ ਆਪ ਸਾਰੀਆਂ ਸੰਗਤਾਂ ਨੂੰ ਜਿਹੜੇ ਬਣਾਉਣ ਵਾਲੇ ਹਨ ਗੁਰਸਿੱਖ, ਉਹਨਾਂ ਨੂੰ ਕਹਿ ਕੇ ਕਿ ਵਧੀਆ ਲੰਗਰ ਬਣਾਉਣਾ ਹੈ, ਔਰ ਨਾਲ ਹੀ ਘਿਓ ਵਾਲੀ ਖੀਰ ਬਣਾਉਂਦੇ ਹਨ। ਜਿੱਥੇ ਖੀਰ ਬਣਦੀ ਹੈ ਗੁਰਸਿੱਖਾਂ ਨੂੰ ਵਰਤਾਉਂਦੇ ਹਨ ਲੰਗਰ, ਤੇ ਨਾਲ ਨਾਲ ਖੀਰ ਦੇ ਵਿੱਚ ਘਿਓ ਵੀ ਪਾਉਂਦੇ, ਦੇਸੀ ਘਿਓ ਜਿਹੜਾ ਹੈ ਉਹ ਵੀ ਪਾਉਂਦੇ ਹਨ। ਸੋ ਇਹ ਸਾਰਾ ਕੁਝ ਹੀ ਮਾਨੋ ਕਿ 9 ਨਦੀਆਂ ਦਾ ਦਰਿਆ ਵਗ ਰਿਹਾ, ਜਿਹੜਾ ਵੀ ਆਉਂਦਾ ਹੈ ਨਿਹਾਲ ਹੋ ਜਾਂਦਾ ਹੈ। ਔਰ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਧਿਆਨ ਧਰਨ ਵਾਲੇ ਜਿਹੜੇ ਹਨ, ਜਿੰਨੇ ਵੀ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਆਪਣੇ ਧਿਆਨ 'ਚ ਲਿਆਉਂਦੇ ਹਨ, ਉਹਨਾਂ ਦੇ ਘਰ ਦੇ ਵਿੱਚ ਗਰੀਬੀ ਦਾ ਨਾਸ਼ ਹੁੰਦਾ ਹੈ।
9 ਨਦੀਆਂ ਦੇ ਦਰਿਆ ਹਨ, ਜਿੱਥੇ ਅਖੋਟ 9 ਨਦੀਆਂ ਦਾ 9 ਖਜ਼ਾਨੇ, ਜਿੰਨੀਆਂ ਕੀਮਤੀ ਵਸਤੂਆਂ ਹਨ ਜਿਵੇਂ ਸੋਨਾ, ਚਾਂਦੀ, ਹੀਰੇ, ਜਵਾਹਰਾਤ, ਇਸ ਜੋ ਕੁਛ ਵੀ ਹੈ ਕੀਮਤੀ, ਇਹ 9 ਕਿਸਮ ਦੇ ਮੰਨੇ ਹਨ ਸਿਆਣੇ। ਇਹ 9 ਕਿਸਮ ਦੇ ਖਜ਼ਾਨਿਆਂ ਨੂੰ ਬਖਸ਼ਣ ਵਾਲੇ, ਦੇਣ ਵਾਲੇ ਆਪਣੇ ਸੇਵਕਾਂ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਹਨ। ਜਨਮ ਹਮ ਕਾਲ ਖਤ ਹੋਏ, ਤੇ ਇੰਨੀ ਤਾਕਤ ਦੇ ਮਾਲਕ ਹਨ ਕਿ ਇਸ ਜਨਮ ਦੇ ਪਾਪਾਂ ਦੀ ਮੈਲ ਹੀ ਨਹੀਂ ਲਾਉਂਦੇ, ਅਨੇਕਾਂ ਜਨਮਾਂ ਦੇ ਪਾਪਾਂ ਦੀ ਮੈਲ ਵੀ ਗੁਰੂ ਅੰਗਦ ਦੇਵ ਪਾਤਸ਼ਾਹ ਉਤਾਰ ਦਿੰਦੇ ਹਨ। ਇੰਨੇ ਸਮਰੱਥ ਜੋ ਗੁਰੂ ਅੰਗਦ ਦੇਵ ਜੀ ਹਨ, ਜਿਨ੍ਹਾਂ ਦੀ ਸ਼ੁਭ ਦ੍ਰਿਸ਼ਟੀ ਦੇ ਨਾਲ ਪਾਪਾਂ ਦੀ ਮੈਲ ਰਹਿ ਜਾਂਦੀ ਹੈ, ਜਿਨ੍ਹਾਂ ਦੀ ਕਿਰਪਾ ਦੇ ਨਾਲ ਪੰਜੇ ਵਿਕਾਰ ਵਸ ਵਿੱਚ ਆ ਜਾਂਦੇ ਹਨ, ਜੋ ਸਦਾ ਆਨੰਦ ਵਿੱਚ ਰਹਿੰਦੇ ਹਨ। ਜਿਹੜਾ ਵੀ ਆਉਂਦਾ ਹੈ, ਜੇ ਦੁਖੀ ਆਉਂਦਾ ਹੈ ਤਾਂ ਉਸ ਦਾ ਦੁੱਖ ਦੂਰ ਕਰ ਦਿੰਦੇ ਹਨ, ਜੇ ਗਰੀਬ ਆਉਂਦਾ ਹੈ ਉਸ ਨੂੰ 9 ਨਿਧੀਆਂ ਬਖਸ਼ ਦਿੰਦੇ ਹਨ, ਔਰ ਜਨਮਾਂ ਜਨਮਾਂਤਰਾਂ ਤੋਂ ਲੱਗੀ ਹੋਈ ਪਾਪਾਂ ਦੀ ਮੈਲ ਜਿਹੜੀ ਹੈ ਉਸ ਨੂੰ ਧੋਂਦੇ ਹਨ। ਸੋ ਕਹੋ ਟਲ ਗੁਰ ਸੇਵੀਐ ਐਨ ਸਹਿ ਸੁਭਾਏ। ਸੁਭਾਏ ਨਹੀਂ ਕਹਿਣਾ ਹੈ, ਸੁਭਾਏ, ਸੋ ਭਾਈ, ਭਾਈ ਦੇ ਨਾਲ ਸੰਸਾਰ ਲੱਗਿਆ, ਸੋ ਭਾਈ, ਸੱਸੇ ਅੰਮ੍ਰਿਤ ਸੋ ਭਾਈ, ਭਾਈ ਦਾ ਅਰਥ ਹੈ ਪ੍ਰੇਮ। ਸੋ ਕਾਲ ਸਹਾਰ ਭੱਟ, ਜਿਵੇਂ ਪਹਿਲਾਂ ਆਰੰਭ ਵਿੱਚ ਦਾਸ ਨੇ ਬੇਨਤੀ ਕੀਤੀ ਸੀ, ਕਾਲ ਸਹਾਰ ਦੇ ਇਸ ਹੋਈਏ ਦੱਸੇ ਹੀ ਕਾਲ ਸਹਾਰ ਭੱਟਦੇ। ਕਾਲ ਸ਼ਬਦ ਵੀ ਆਇਆ ਹੈ ਇਹਦੇ ਵਿੱਚ, ਇਹਨਾਂ ਸਵਈਆਂ ਦੇ ਵਿੱਚ ਕਾਲ ਸਹਾਰ ਵੀ ਆਇਆ। ਸੋ ਇਹ ਦਸੇ ਸਵਈ ਕਾਲ ਸਹਾਰ ਭੱਟਦੇ ਹਨ। ਸੋ ਇੱਥੇ ਉਹਨਾਂ ਦਾ ਨਾਂ ਕੱਲ, ਜਿਵੇਂ ਕਈ ਨਾਂ ਰੱਖੇ ਹੁੰਦੇ ਹਨ, ਆਪ ਬੱਚਿਆਂ ਨੂੰ ਛੋਟੀ ਉਮਰ ਕਈ ਨਾਂ ਰੱਖ ਦਿੰਦੇ ਹਨ। ਇਸੇ ਤਰ੍ਹਾਂ ਹੀ ਇਹ ਪ੍ਰਚਲ ਪੁਰਾਤਨ ਰੀਤ ਚੱਲੀ ਆ ਰਹੀ ਹੈ ਸਾਡੇ ਦੇਸ਼ ਦੀ। ਔਰ ਤੁਸੀਂ ਦੇਖੋ ਹੁਣ ਤਾਂ ਇਹ ਰਿਵਾਜ ਘਟ ਗਿਆ ਹੈ। ਪਹਿਲਾਂ ਕੀ ਕਰਦੇ ਸੀ, ਜਦੋਂ ਕੋਈ ਨਵੀਂ ਵਹੁਟੀ ਘਰ ਦੇ ਵਿਆਹ ਕੇ ਲਿਆਉਂਦੇ ਸਨ ਤੇ ਉਸ ਦਾ ਪੇਕਿਆਂ ਵਾਲਾ ਨਾਂ ਸਹੁਰਿਆਂ ਦੇ ਘਰ ਬਦਲ ਦਿੰਦੇ ਸਨ। ਇਹ ਬਜ਼ੁਰਗ ਮਾਈਆਂ ਨੂੰ ਪਤਾ ਹੈ ਕਿ ਉਹਦਾ ਉਹ ਨਾਂ ਨਹੀਂ ਸੀ ਰਹਿੰਦਾ। ਜਦੋਂ ਸਹੁਰਿਆਂ ਦੇ ਘਰ ਆ ਜਾਂਦੀ ਤੇ ਸਹੁਰਿਆਂ ਦਾ ਪਰਿਵਾਰ ਉਸਦਾ ਨਾਮ ਬਦਲ ਦਿੰਦਾ। ਸੋ ਇਹ ਇਸ ਦਾ ਇਹਦੇ ਨਾਲ ਕੀ ਹੁੰਦਾ, 2 ਨਾਂ ਪੈ ਜਾਂਦੇ, ਕਈਆਂ ਦੇ 3 ਨਾਂ 4 ਨਾਂ ਵੀ ਇਹਨਾਂ ਮਾਪਿਆਂ ਨੇ, ਕਿਸੇ ਨੇ ਕਿਸੇ ਪਿਆਰ ਦੇ ਨਾਲ ਕਿਸੇ ਤਰ੍ਹਾਂ ਬੁਲਾਉਣਾ, ਕਿਸੇ ਨੇ ਕਿਸੇ ਤਰ੍ਹਾਂ ਬੁਲਾਉਣਾ। ਇਸ ਤਰ੍ਹਾਂ ਇਹ ਗੱਲ ਨਾ ਜੋ ਹੈ ਇਸ ਤਰ੍ਹਾਂ ਕਰਕੇ ਆਇਆ, ਇੱਕ ਵੱਖਰਾ ਭੱਟ ਨਹੀਂ। ਕੱਲ ਭੱਟ ਜੀ ਭਾਵ ਕੱਲ ਸਹਾਰ ਭੱਟ ਜੀ ਕਹਿੰਦੇ ਹਨ ਕਿ ਹੇ ਪਿਆਰੇ, ਅਜਿਹੇ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਸੇਵੀਏ, ਯਾਦ ਕਰੀਏ, ਕਿਵੇਂ? ਪ੍ਰੇਮ ਦੇ ਨਾਲ। ਸੋ ਭਾਏ ਪ੍ਰੇਮ ਨਾਲ, ਐਨਸ ਰਾਤ ਦਿਨ ਹੀ ਹਰ ਵੇਲੇ ਸਦਾ ਹੀ ਅਜਿਹੇ ਗੁਰੂ ਅੰਗਦ ਦੇਵ ਜੀ ਨੂੰ ਯਾਦ ਕਰਦੇ ਰਿਹਾ ਕਰੀਏ। ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ। ਜਿਸ ਗੁਰੂ ਦੇ ਦਰਸ਼ਨ ਕਰਨ ਦੇ ਨਾਲ ਜਨਮ ਮਰਨ ਦਾ ਦੁੱਖ ਹੀ ਮਿਟ ਜਾਂਦਾ ਹੈ। ਭਾਵ ਜੰਮਣਾ ਤੇ ਮਰਨਾ ਦੋਵੇਂ ਦੁੱਖ ਹੈ। ਮਰਨ ਲੱਗਾ ਵੀ ਬੰਦਾ ਤੇ ਨਾਲ ਦੁਖੀ ਹੁੰਦਾ, ਮਰਨ ਨੂੰ ਜੀ ਨਹੀਂ ਕਰਦਾ ਹੈ। ਇਸੇ ਤਰ੍ਹਾਂ ਜਦ ਜਨਮ ਲੈਂਦਾ ਹੈ ਬੰਦਾ, ਇਨਸਾਨ ਬੱਚਾ ਜਨਮ ਲੈਂਦਾ ਹੈ, ਉਦੋਂ ਵੀ ਰੋਂਦਾ ਹੈ। ਕਿੰਨੇ ਦੁੱਖ ਵਿੱਚ ਉਸਦਾ ਜਨਮ ਹੁੰਦਾ ਹੈ, ਮਾਤਾ ਕਿੰਨੀ ਦੁਖੀ ਹੁੰਦੀ ਹੈ। ਸੋ ਜਨਮ ਦਾ ਵੀ ਦੁੱਖ ਹੈ, ਮਰਨ ਦਾ ਵੀ ਦੁੱਖ ਹੈ। ਜਿਉਂਦਿਆਂ ਵੀ ਸਾਰੀ ਉਮਰ ਕਿਸੇ ਨਾ ਕਿਸੇ ਦੁੱਖ ਨੂੰ ਭੋਗਦਾ ਹੀ ਰਹਿੰਦਾ ਹੈ। ਸੋ ਇਹ ਜਿਹੜਾ ਦੁੱਖ ਹੈ, ਇਹ ਜਨਮ ਮਰਨ ਦੇ ਦੁੱਖ ਤੋਂ ਗੁਰੂ ਅੰਗਦ ਦੇਵ ਪਾਤਸ਼ਾਹ ਜਿਹੜੇ ਹਨ ਉਹ ਮੁਕਤ ਕਰ ਦਿੰਦੇ ਹਨ। ਸੋ ਅੱਜ ਸਤਿਗੁਰੂ ਜੀ ਕਿਰਪਾ ਦੇ ਨਾਲ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਸਿਫਤ ਸਲਾਹ ਸੋਈਏ ਰਚੇ ਹਨ ਭੱਟਾਂ ਨੇ, ਉਹਨਾਂ ਦੀ ਵਿਚਾਰ ਜਿਹੜੀ ਸੰਪੂਰਨ ਹੋਈ ਹੈ। ਅੱਗੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਜੋ ਸੋਈਏ ਹਨ, 22 ਸੋਈਏ ਹਨ। ਸੋ ਉਹਨਾਂ ਦੀ ਵਿਚਾਰ ਕੱਲ੍ਹ ਨੂੰ ਆਰੰਭ ਹੋਵੇਗੀ। ਸਤਿਗੁਰੂ ਜੀ ਕਿਰਪਾ ਕਰਨ, ਉਹਨਾਂ ਚੁੱਕਾਂ ਦੀ ਖਿਮਾ ਕਰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ